ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈਗੀ ਆ ਉਸ ਦਾ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਰੈਂਕ ਜਿਹੜਾ ਹੈ ਉਹ ਤੀਜੇ ਨੰਬਰ ਤੇ ਆਇਆ, ਜਦ ਕਿ ਇਸ 'ਚ ਅਗਰ ਸਰਕਾਰੀ ਯੂਨੀਵਰਸਿਟੀ ਵੀ ਸ਼ਾਮਿਲ ਕਰ ਦਿੱਤੀ ਜਾਵੇ ਤਾਂ ਇਹ ਰੈਂਕ ਦੇਸ਼ ਵਿੱਚ 21ਵੀਂ ਨੰਬਰ ਤੇ ਆ। ਔਰ ਅਗਰ ਜਦ ਵਿਸ਼ਵ ਦੀਆਂ ਯੂਨੀਵਰਸਿਟੀਆਂ ਦੀ ਗੱਲ ਕਰ ਦਿੱਤੀ ਜਾਵੇ ਤਾਂ ਚੰਡੀਗੜ੍ਹ ਯੂਨੀਵਰਸਿਟੀ 800ਵੇਂ ਨੰਬਰ ਤੇ ਪਹੁੰਚ ਗਈ ਆ। ਔਰ ਜਿਹੜੀ ਇਹ ਅਚੀਵਮੈਂਟ ਹੈ ਇਹ ਬਾਹਲੀ ਕੋਈ ਲੰਬੀ ਪੀਰੀਅਡ 'ਚ ਨਹੀਂ ਹਾਸਲ ਕੀਤੀ, ਇਹ ਸਿਰਫ 10 ਸਾਲਾਂ 'ਚ ਹਾਸਲ ਕੀਤੀ ਹੈ। ਇਹ ਬੜੀ ਮਤਲਬ ਕਿ ਆਸ਼ਚਾਰਜਨਕ ਗੱਲ ਹੈਗੀ ਆ ਵੀ ਇੱਕ 10 ਸਾਲ ਪੁਰਾਣੀ ਯੂਨੀਵਰਸਿਟੀ ਜਿਹਨੇ ਇੰਨੀ ਵੱਡੀ ਅਚੀਵਮੈਂਟ ਹਾਸਲ ਕਰ ਲਈ। ਦੂਜੇ ਪਾਸੇ ਮੈਂ ਗੱਲ ਕਰਨਾ ਚਾਹਾਂਗਾ ਪੰਜਾਬ ਯੂਨੀਵਰਸਿਟੀ ਦੀ, ਜਿਹੜੀ ਕਿ ਲਾਹੌਰ ਤੋਂ ਚੱਲ ਕੇ 1988 'ਚ ਬਣੀ ਹੋਈ, ਲਾਹੌਰ ਤੋਂ ਚੱਲ ਕੇ 1888 'ਚੋਂ ਬਣੀ ਹੋਈ, ਲਾਹੌਰ ਤੋਂ ਚੱਲ ਕੇ ਚੰਡੀਗੜ੍ਹ ਆਈ ਹੈ, ਸ਼ਿਮਲਾ ਦਿੱਲੀ ਹੁੰਦੀ ਹੋਈ ਉਹ ਰੈਂਕਿੰਗ 'ਚ ਲਗਾਤਾਰ ਗਿਰ ਰਹੀ ਹੈ। ਇਹ ਕੀ ਕਹਾਣੀ, ਮੈਨੂੰ ਥੋੜ੍ਹਾ ਜਿਹਾ ਸਰ ਸਮਝਾਓ ਯਾਰ। ਨਹੀਂ ਦੇਖੋ, ਪੰਜਾਬ ਯੂਨੀਵਰਸਿਟੀ ਬਹੁਤ ਚੰਗਾ ਕੰਮ ਕਰ ਰਹੀ ਹੈ। ਪਹਿਲੀ ਗੱਲ ਤਾਂ ਇਹ ਆ, ਰੈਂਕਿੰਗ ਦੇ ਕੁਝ ਪੈਰਾਮੀਟਰ ਨੇ, ਉਹਨਾਂ ਪੈਰਾਮੀਟਰਸ ਦੇ ਉੱਪਰ ਕੰਮ ਕਰਨ ਦੀ ਜ਼ਰੂਰਤ ਹੈ। ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਠੀਕ ਕਿਹਾ ਕਿ ਇਹ ਵਿਸ਼ਵ ਦੀ ਸਭ ਤੋਂ ਯੰਗੈਸਟ ਯੂਨੀਵਰਸਿਟੀ ਹੈ, ਬਹੁਤ ਘੱਟ ਉਮਰ ਦੀ। ਪੂਰੀ ਵਰਲਡ ਰੈਂਕਿੰਗ ਦੇ ਵਿੱਚ ਹੀ 10 ਸਾਲ ਪੁਰਾਣੀ ਯੂਨੀਵਰਸਿਟੀ ਕੋਈ ਨਹੀਂ ਹੈ ਇਸ ਰੈਂਕਿੰਗ ਦੇ ਵਿੱਚ। ਇਹ ਚੰਡੀਗੜ੍ਹ ਯੂਨੀਵਰਸਿਟੀ ਆਈ ਹੈ, ਉਹ ਇਸ ਕਰਕੇ ਆਈ ਹੈ ਕਿ ਅਸੀਂ ਪਹਿਲੇ ਦਿਨ ਤੋਂ ਲੈ ਕੇ ਹੀ ਅਸੀਂ ਸੋਚਿਆ ਕਿ ਅਸੀਂ ਨਵੇਂ ਆ, ਅਸੀਂ ਯੰਗ ਯੂਨੀਵਰਸਿਟੀ ਆ, ਕਿ ਅਸੀਂ ਇਹਨੂੰ ਆਪਣੀ ਕਮਜ਼ੋਰੀ ਬਣਾਉਣਾ ਕਿ ਆਪਣੀ ਸਮਰੱਥਾ ਬਣਾਉਣਾ ਹੈ। ਤਾਂ ਅਸੀਂ ਇਹਨੂੰ ਆਪਣੀ ਸਮਰੱਥਾ ਬਣਾਉਣ ਵਾਸਤੇ ਸੋਚਿਆ ਕਿ ਨਵੇਂ ਹੋਣਾ, ਨੌਜਵਾਨ ਹੋਣਾ ਸਾਡੀ ਮਜ਼ਬੂਤੀ ਹੋਣੀ ਚਾਹੀਦੀ ਹੈ, ਕਮਜ਼ੋਰੀ ਨਹੀਂ। ਅਤੇ ਅਸੀਂ ਆਪਣੇ ਵਿਦਿਅਕ ਢਾਂਚੇ ਨੂੰ ਵਰਲਡ ਕਲਾਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਹ ਰਣਨੀਤੀ ਅਪਣਾਈ ਜਿਹੜੀ ਰਣਨੀਤੀ ਸਾਨੂੰ ਵਿਸ਼ਵ ਰੈਂਕਿੰਗ ਦੇ ਵਿੱਚ ਦਰਜਾ ਦਵਾ ਸਕਦੀ ਸੀ। ਅਸੀਂ ਪਿਛਲੇ ਕਈ ਸਾਲਾਂ ਤੋਂ ਉੱਤੇ ਕੰਮ ਕੀਤਾ। ਮੈਨੂੰ ਇਹ ਵੀ ਲੱਗਦਾ ਕਿ ਸਾਡੇ ਸਾਹਮਣੇ ਇੱਕ ਅਪਰਚੁਨਿਟੀ ਵੀ ਸੀ, ਕਿਉਂਕਿ ਪੁਰਾਣੇ ਸਿਸਟਮ ਨੂੰ, ਨਿਜ਼ਾਮ ਨੂੰ ਬਦਲਣਾ ਮੁਸ਼ਕਿਲ ਹੈ ਅਤੇ ਨਵੇਂ ਸਿਸਟਮ ਨੂੰ ਕ੍ਰੀਏਟ ਕਰਨਾ ਥੋੜ੍ਹਾ ਮੁਕਾਬਲਤਨ ਆਸਾਨ ਹੈਗਾ। ਤਾਂ ਚੰਡੀਗੜ੍ਹ ਯੂਨੀਵਰਸਿਟੀ ਉਸ ਮਾਡਲ ਦੇ ਵਿੱਚ ਉਹਦਾ ਢਾਂਚਾ ਤਿਆਰ ਕੀਤਾ ਗਿਆ ਸੀ ਜਿਹੜਾ ਕਿ ਵਿਸ਼ਵ ਰੈਂਕਿੰਗ ਦੇ ਵਿੱਚ ਫਿੱਟ ਬੈਠਦਾ ਸੀ। ਔਰ ਸਾਡੇ ਅਧਿਆਪਕਾਂ ਨੇ ਕੰਮ ਕੀਤਾ, ਸਾਡੇ ਵਿਦਿਆਰਥੀਆਂ ਦੀ ਪਰਫਾਰਮੈਂਸ, ਕਿਉਂਕਿ ਇਸ ਦੇ ਵਿੱਚ ਦੋ ਵੱਡੇ ਪੈਰਾਮੀਟਰ ਹੈ, ਇੱਕ ਇੰਪਲਾਇਰ ਰੈਪੂਟੇਸ਼ਨ, ਇੱਕ ਅਕੈਡਮਿਕ ਰੈਪੂਟੇਸ਼ਨ। ਇੰਪਲਾਇਰ ਰੈਪੂਟੇਸ਼ਨ ਜਿਹੜੇ ਕੰਪਨੀਆਂ ਆਉਂਦੀਆਂ ਨੇ, ਪਹਿਲੀ ਗੱਲ ਤਾਂ ਕੰਪਨੀਆਂ ਆਉਣ, ਬੱਚੇ ਪਲੇਸ ਹੋਣ, ਫਿਰ ਉਹ ਬੱਚੇ ਚੰਗਾ ਕੰਮ ਕਰਨ, ਫਿਰ ਜਾ ਕੇ ਇੰਡਸਟਰੀ ਜਿਹੜੀ ਆ ਤੁਹਾਡੀ ਪੋਜ਼ਿਟਿਵ ਫੀਡਬੈਕ ਦਿੰਦੀ ਹੈ। ਔਰ ਉਸ ਦੇ ਨਾਲ ਜਿਹੜੀ ਅਕੈਡਮਿਕ ਰੈਪੂਟੇਸ਼ਨ, ਉਸ ਦੇ ਵਾਸਤੇ ਅਸੀਂ ਪੌਣੇ 400 ਦੇ ਕਰੀਬ ਜਿਹੜੀਆਂ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਤਾਲਮੇਲ ਕੀਤਾ। ਉਹਨਾਂ ਦੇ ਹਰ ਸਾਲ 400 ਦੇ ਕਰੀਬ ਪ੍ਰੋਫੈਸਰ ਇੱਥੇ ਬੁਲਾਏ, ਸਾਡੇ ਟੀਚਰ ਉੱਥੇ ਜਾਂਦੇ ਰਹੇ, ਉਹਨਾਂ ਦੀ ਵੋਟ ਵੀ ਸਾਨੂੰ ਪਈ ਆ। ਉਹ ਰੈਂਕਿੰਗ ਦੇ ਵਿੱਚ ਜਿਹੜੇ ਦੋ ਪੈਰਾਮੀਟਰ ਹੈ, 50% ਦੀ ਜਿਹੜਾ ਕਹਿ ਲਓ ਕਿ ਹਿੱਸਾ ਰੈਪੂਟੇਸ਼ਨ ਦਾ ਹੈ, ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਨੂੰ ਫਾਇਦਾ ਹੋਇਆ। ਸੁਖਰਾਮ ਜੀ, ਪੰਜਾਬ ਵਿੱਚ ਵੀ ਪਿਛੜੇ ਵਰਗ ਦੀ ਜਿਹੜੀ ਸੰਖਿਆ ਬਹੁਤ ਜ਼ਿਆਦਾ ਹੈਗੀ ਹੈ, ਪਿਛੜੇ ਵਰਗ ਦੇ ਜਿਹੜੇ ਸਟੂਡੈਂਟ ਹੈ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ। ਹਾਲਾਂਕਿ ਸਰਕਾਰੀ ਸਕੀਮਾਂ ਕਈ ਹੈਗੀਆਂ ਪਰ ਉਹਨਾਂ ਨੂੰ ਉਸ ਦਾ ਬੈਨੀਫਿਟ ਨਹੀਂ ਮਿਲ ਪਾਉਂਦਾ, ਜਿਸ ਕਰਕੇ ਉਹ ਅੱਗੇ ਜਿਹੜਾ ਹੈ ਉਹ ਨਹੀਂ ਵੱਧ ਪਾਉਂਦੇ। ਚੰਡੀਗੜ੍ਹ ਯੂਨੀਵਰਸਿਟੀ ਅਜਿਹਾ ਕੀ ਕਰ ਰਹੀ ਹੈ ਕਿ ਜਿਹੜੇ ਪਿਛੜੇ ਵਰਗ ਦੇ ਕਹਿੰਦੇ ਸਟੂਡੈਂਟ ਹੈਗੇ ਆ, ਜਿਹੜੇ ਕਿ ਪੇ ਜਿਹੜੀ ਫੀਸ ਹੈਗੀ ਆ ਉਹ ਪੇ ਨਹੀਂ ਕਰ ਸਕਦੇ, ਉਹਨਾਂ ਲਈ ਕੋਈ ਖਾਸ ਮਤਲਬ ਕਿ ਐਡਮਿਸ਼ਨ ਲਈ ਜਾਂ ਉਹਨਾਂ ਦੇ ਤਾਂ ਕਿ ਉਹ ਆਪਣਾ ਕੋਰਸ ਕੰਪਲੀਟ ਕਰ ਸਕਣ, ਇਹ ਕੋਈ ਮਤਲਬ ਕਿ ਉਹਨਾਂ ਲਈ ਕੋਈ ਯੋਜਨਾ ਵਗੈਰਾ? ਨਹੀਂ, ਬਿਲਕੁਲ ਜੀ। ਪਹਿਲੀ ਗੱਲ ਤਾਂ ਚੰਡੀਗੜ੍ਹ ਯੂਨੀਵਰਸਿਟੀ ਖੁਦ, ਕਿਉਂਕਿ ਮੈਂ ਬਹੁਤ ਹੀ ਇੱਕ ਬੜੀ ਹੰਬਲ ਬੈਕਗਰਾਊਂਡ ਤੋਂ ਹਾਂ, ਬੜਾ ਨਿਮਾਣਾ ਜਿਹਾ ਪਿਛੋਕੜ ਹੈ, ਸਧਾਰਨ ਫੈਮਿਲੀ ਤੋਂ ਹਾਂ। ਤੁਸੀਂ ਦੱਸਿਆ ਜਿੱਦਾਂ ਵੀ ਤੁਸੀਂ ਵੀ ਨੀਚੇ ਭੁੰਜੇ ਬੈਠ ਕੇ ਪੜ੍ਹੇ ਹੋਏ ਹੋ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਕੋਈ ਨੌਜਵਾਨ ਸਾਡੇ ਸਾਹਮਣੇ ਆਉਣ, ਅਸੀਂ ਉਹਨਾਂ ਦੀ ਮਦਦ ਕਰੀਏ। ਬਹੁਤ ਸਾਰੀਆਂ ਸਰਕਾਰ ਦੀਆਂ ਸਕੀਮਾਂ ਨੇ, ਜਿਹੜੀ ਇੱਥੇ ਦਲਿਤ ਵਿਦਿਆਰਥੀਆਂ ਵਾਸਤੇ ਅਲੱਗ ਸਕੀਮ ਹੈ, ਇੱਥੇ ਬੈਕਵਰਡ ਕਲਾਸਿਸ ਵਾਸਤੇ ਅਲੱਗ ਸਕੀਮ ਹੈਗੀਆਂ ਨੇ, ਗੌਰਮੈਂਟ ਦੀਆਂ ਸਕਾਲਰਸ਼ਿਪ ਹੈਗੀਆਂ ਨੇ, ਇਸ ਤੋਂ ਇਲਾਵਾ ਬੈਂਕ ਸਟੱਡੀ ਲੋਨ ਵੀ ਦਿੰਦੇ ਆ। ਅਸੀਂ ਆਪਣੇ ਵੱਲੋਂ ਵੀ ਕੋਈ 45 ਕਰੋੜ ਰੁਪਏ ਦੀ ਸਕਾਲਰਸ਼ਿਪ ਜਿਹੜੀਆਂ ਅਸੀਂ ਵੱਖ-ਵੱਖ ਸਕੀਮਾਂ ਤਹਿਤ ਜਿਹੜੀ ਆਪਣੇ ਵਿਦਿਆਰਥੀਆਂ ਨੂੰ ਦਿੰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵਿਦਿਆਰਥੀ ਪੈਸੇ ਦੀ ਥੋੜ੍ਹ ਕਰਕੇ ਹੋਣਹਾਰ ਵਿਦਿਆਰਥੀ ਨਾ ਰਹਿ ਜਾਵੇ। ਬਿਲਕੁਲ ਜੀ। ਸਨਾਮ ਜੀ, ਤੁਸੀਂ ਪਿੱਛੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਮਿਲੇ ਹੋ, ਉਹਨਾਂ ਦਾ ਕੀ ਵਿਊ ਸੀਗਾ ਤੁਹਾਡੇ ਯੂਨੀਵਰਸਿਟੀ ਨੂੰ ਲੈ ਕੇ, ਜਾਂ ਤੁਹਾਡੇ ਬਾਰੇ ਉਹਨਾਂ ਦਾ ਕੀ ਵਿਊ ਸੀਗਾ? ਨਹੀਂ ਦੇਖੋ, ਪ੍ਰਧਾਨ ਮੰਤਰੀ ਜੀ ਤਾਂ ਪੂਰੇ ਦੇਸ਼ ਵਾਸਤੇ ਸੋਚਦੇ ਆ, ਉਹ ਨਾ ਕਿ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਵਾਸਤੇ। ਚੰਡੀਗੜ੍ਹ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਅਸੀਂ ਉਹਨਾਂ ਦੇ ਵਿਜ਼ਨ ਨੂੰ ਲੈ ਕੇ ਕੰਮ ਕਰਦੇ ਹਾਂ। ਲਗਾਤਾਰ ਅਸੀਂ ਨੇਸ਼ਨ ਬਿਲਡਿੰਗ ਵਾਸਤੇ ਕੰਮ ਕਰਦੇ ਹਾਂ ਔਰ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੈ। ਮੈਂ ਜਾਤੀ ਤੌਰ 'ਤੇ ਬਹੁਤ ਪ੍ਰਭਾਵਿਤ ਹਾਂ ਔਰ ਪ੍ਰਧਾਨ ਮੰਤਰੀ ਜੀ ਜੋ ਵੀ ਉਹਨਾਂ ਨੇ ਏਜੰਡਾ ਦਿੱਤਾ ਦੇਸ਼ ਨੂੰ, ਮੇਰੇ ਇਕੱਲੇ ਵਾਸਤੇ ਨਹੀਂ, ਉਹ ਤਾਂ ਸਾਰਿਆਂ ਵਾਸਤੇ ਹੈ। ਉਹਨਾਂ ਨੇ ਕਿਹਾ ਕਿ ਆਤਮ ਨਿਰਭਰ ਦੇਸ਼ ਹੋਵੇ ਤੇ ਸਾਰਿਆਂ ਵਾਸਤੇ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਗੁਰੂ ਦੇਸ਼ ਹੋਣਾ ਚਾਹੀਦਾ, ਸਾਰਿਆਂ ਵਾਸਤੇ ਹੈ। ਅਸੀਂ ਉਹਨਾਂ ਦੇ ਦਿੱਤੇ ਹੋਏ ਵਿਜ਼ਨ 'ਤੇ ਕਿੰਨਾ ਕੰਮ ਕਰ ਪਾਉਣੇ ਆ, ਸਾਰੇ ਕਿੰਨਾ ਯੋਗਦਾਨ ਕਰ ਪਾਉਣੇ, ਉਹ ਸਾਡੇ 'ਤੇ ਨਿਰਭਰ ਕਰਦਾ ਹੈ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਜਾਂ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜੇ ਕਾਬਲ ਸਾਥੀ ਹੈ, ਸਾਡੇ ਅਧਿਆਪਕ ਹੈ, ਸਾਡੇ ਬੱਚੇ ਹੈ, ਅਸੀਂ ਉਸ ਡਾਇਰੈਕਸ਼ਨ ਦੇ ਵਿੱਚ ਕੁਛ ਨਾ ਕੁਛ ਜਿਹੜਾ ਯੋਗਦਾਨ ਉਹ ਪਾਉਣ ਦੇ ਵਿੱਚ ਕਾਮਯਾਬ ਹੋਏ ਹਾਂ।
ਸਤਨਾਮ ਜੀ, ਜਿਹੜਾ ਹੁਣ ਰੈਂਕਿੰਗ ਆਈ ਹੈ ਚੰਡੀਗੜ੍ਹ ਯੂਨੀਵਰਸਿਟੀ ਦੀ, ਤੁਸੀਂ ਇਸ ਤੋਂ ਸੰਤੁਸ਼ਟ ਹੋ ਜਾਂ ਅੱਗੇ ਵਧਣ ਦੇ ਹਾਲੇ ਹੋਰ ਕੋਸ਼ਿਸ਼ ਕਰੋਗੇ? ਜਿਹੜਾ ਤੁਸੀਂ ਪੈਰਾਮੀਟਰ ਜਿਹੜੇ ਲੈ ਕੇ ਚੱਲੇ ਹੋ ਵਰਲਡ ਲੈਵਲ ਦੇ, ਤਾਂ ਕਿ ਉਹ ਮੇਨਟੇਨ ਰਹਿਣ ਔਰ ਉਸ 'ਚ ਹੋਰ ਸੁਧਾਰ ਜਿਹੜਾ ਹੋਣ ਦੀ ਜਿਹਦੀ ਗੁੰਜਾਇਸ਼ ਹੈ ਤਾਂ ਉਹਨਾਂ ਨੂੰ ਹੋਰ ਸੁਧਾਰਿਆ ਜਾਏ, ਤੁਸੀਂ ਅੱਗੇ ਵਧਣ ਦੇ ਕਿ ਤੁਸੀਂ ਜਿਹੜਾ ਸੁਪਨਾ ਦੇਖਿਆ ਸੀ ਉਹ ਪੂਰਾ ਹੋ ਗਿਆ? ਨਹੀਂ ਐਸੀ ਗੱਲ ਨਹੀਂ ਹੈ। ਸੁਪਨਾ ਤਾਂ ਦੇਖੋ, ਕੋਈ ਰੈਂਕਿੰਗ ਹਾਸਲ ਕਰਨਾ ਸੁਪਨਾ ਹੈ ਹੀ ਨਹੀਂ ਹੈ। ਰੈਂਕਿੰਗ ਤਾਂ ਤੁਹਾਨੂੰ ਇੱਕ ਕਹਿ ਲਓ ਕਿ ਇੱਕ ਪੈਰਾਮੀਟਰ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਮੇਂ-ਸਮੇਂ ਸਿਰ ਪਤਾ ਲੱਗਦਾ ਰਹਿੰਦਾ, ਅਹਿਸਾਸ ਹੁੰਦਾ ਰਹਿੰਦਾ ਕਿ ਤੁਸੀਂ ਕਿੱਥੇ ਪਹੁੰਚ ਗਏ ਹੋ। ਔਰ ਅਸਲ ਸੁਪਨਾ ਤਾਂ ਇਹ ਹੈ ਕਿ ਅਸੀਂ ਸਮਾਜ 'ਚ ਤਬਦੀਲੀ ਕੀ ਲਿਆ ਸਕਦੇ ਹਾਂ। ਐਜੂਕੇਸ਼ਨ ਇਸ ਕਰਕੇ ਨਹੀਂ ਹੈ ਕਿ ਰੈਂਕਿੰਗ ਹੋਣੀ ਹੈ, ਐਜੂਕੇਸ਼ਨ ਇਸ ਕਰਕੇ ਅਸੀਂ ਆਪਣੇ ਸਮਾਜ ਨੂੰ ਬਿਹਤਰ ਕਿਵੇਂ ਬਣਾ ਸਕਦੇ ਹਾਂ, ਆਉਣ ਵਾਲਾ ਸਮਾਜ ਕਿਹੋ ਜਿਹਾ ਸਿਰਜਣਾ। ਔਰ ਉਹਦੇ ਵਾਸਤੇ ਮੈਂ ਕਾਫੀ ਹੱਦ ਤੱਕ ਸੰਤੁਸ਼ਟ ਇਹ ਹਾਂ ਕਿ ਜਿੰਨਾ ਕੁ ਯੋਗਦਾਨ ਅਸੀਂ ਪਾ ਸਕਦੇ ਅਸੀਂ ਪਾ ਰਹੇ ਹੈਗੇ ਹਾਂ। ਰੈਂਕਿੰਗ ਦੇ ਵਿੱਚ ਇੰਪਰੂਵਮੈਂਟ ਵਾਸਤੇ ਅਸੀਂ ਹਰ ਸਾਲ ਕੰਮ ਕਰਨਾ ਸਾਡੀ ਉਹ ਫੰਡਾਮੈਂਟਲ ਡਿਊਟੀ ਬਣਦੀ ਹੈ, ਕਿਉਂਕਿ ਇਹਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਇਆ। ਰੈਂਕਿੰਗ ਜਿਹੜੀਆਂ ਨੇ ਸਭ ਤੋਂ ਵੱਧ ਜਿਹੜਾ ਫਾਇਦਾ ਹੁੰਦਾ ਹੈ ਇਸ ਦਾ, ਉਹ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਹੁੰਦਾ, ਉਸ ਤੋਂ ਬਾਅਦ ਅਧਿਆਪਕਾਂ ਨੂੰ ਹੁੰਦਾ। ਬਿਲਕੁਲ ਠੀਕ। ਤੇ ਕੋਈ ਸਰ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਸਟੂਡੈਂਟਸ ਨੂੰ ਯੂਨੀਵਰਸਿਟੀ ਵੱਲੋਂ, ਕਿਉਂਕਿ ਪੰਜਾਬ 'ਚ ਤਾਂ ਨੰਬਰ 1 ਹੋ ਹੀ ਗਈ ਹੈ, ਵੀ ਤੀਜੇ ਨੰਬਰ 'ਤੇ ਆਉਣਾ, ਇੰਡੀਆ 'ਚ ਤੀਜੇ ਨੰਬਰ 'ਤੇ ਆਉਣਾ ਬਹੁਤ ਵੱਡੀ ਗੱਲ ਹੈ। ਮੈਸੇਜ ਤਾਂ ਮੈਂ ਦੇਣ ਦੇ ਕਾਬਿਲ ਨਹੀਂ ਹਾਂ। ਮੈਂ ਤਾਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦੇਣੀ ਚਾਹੁੰਦਾ, ਵਧਾਈ ਦੇਣਾ ਚਾਹੁੰਦਾ, ਖਾਸ ਕਰਕੇ ਪੰਜਾਬ ਵਾਸੀਆਂ ਨੂੰ, ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਦੀ ਧਰਤੀ ਤੇ ਬਣੀ, ਉਸ ਧਰਤੀ ਤੇ ਬਣੀ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਆ, ਘੜੂਆਂ ਪਿੰਡ ਦੇ ਵਿੱਚ ਬਣੀ ਹੋਈ ਹੈ। ਤੇ ਮੈਂ ਤਾਂ ਇਹੀ ਆਪਦੀ ਵਚਨਬੱਧਤਾ ਦੁਹਰਾਉਣਾ ਕਿ ਅਸੀਂ ਚੰਗਾ ਕੰਮ ਕਰਦੇ ਰਵਾਂਗੇ। ਸਾਨੂੰ ਸਹਿਯੋਗ ਜਿਹੜਾ ਮਿਲਦਾ ਹਮੇਸ਼ਾ ਹੀ, ਚਾਹੇ ਕੋਈ ਸਰਕਾਰ ਹੋਵੇ, ਚਾਹੇ ਕੋਈ ਸਮਾਜਿਕ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ, ਸਾਨੂੰ ਬੜਾ ਸਹਿਯੋਗ ਮਿਲਿਆ। ਸਾਨੂੰ ਹੌਸਲਾ ਅਫਜ਼ਾਈ ਦਿੰਦੇ ਰਹੋ, ਸਾਡਾ ਹੌਸਲਾ ਵਧਾਉਂਦੇ ਰਹੋ, ਅਸੀਂ ਹੋਰ ਚੰਗਾ ਕੰਮ ਕਰਦੇ ਰਹੀਏ। ਥੈਂਕ ਯੂ ਸਰ। ਇਹ ਸੀਗੇ ਸਤਨਾਮ ਸਿੰਘ ਸੰਧੂ ਜੀ, ਜਿਹੜੇ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਹੈਗੇ ਆ। ਉਹਨਾਂ ਦੀ ਜਿਹੜੀ ਯੂਨੀਵਰਸਿਟੀ ਆ ਉਹ ਵਰਲਡ ਵਿੱਚ 800ਵੇਂ ਨੰਬਰ 'ਤੇ ਆਈ ਹੈ, ਜਦ ਕਿ ਇੰਡੀਆ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਯੂਨੀਵਰਸਿਟੀਆਂ ਨੂੰ ਮਿਲਾ ਲਿੱਤਾ ਜਾਵੇ ਤਾਂ ਉਸ ਵਿੱਚ 21ਵੇਂ ਨੰਬਰ 'ਤੇ ਆਈ ਆ। ਔਰ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਜਿਹੜਾ ਰੈਂਕਿੰਗ ਆਈ ਆ ਉਹ ਤੀਜੇ ਨੰਬਰ 'ਤੇ ਆਈ ਹੈ। ਸਤਨਾਮ ਜੀ ਦਾ ਕਹਿਣਾ ਹਾਲੇ ਵੀ ਇਸ 'ਚ ਹੋਰ ਸੁਧਾਰ ਦੀ ਗੁੰਜਾਇਸ਼ ਹੈਗੀ ਆ, ਔਰ ਉਹਨਾਂ ਦਾ ਜਿਹੜਾ ਸੁਧਾਰ ਹੈ ਮਤਲਬ ਕਿ ਰੈਂਕਿੰਗ ਵਿੱਚ, ਤਾਂ ਕਿ ਸੁਧਾਰ ਲਈ ਉਹ ਹੋਰ ਅੱਗੇ ਬਿਹਤਰ ਕੰਮ ਕਰਦੇ ਰਹਿਣਗੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।